ਗੁੱਡ ਮਾਰਨਿੰਗ ਬੇਟਾ। ਕੱਲ੍ਹ ਦੀ ਕਲਾਸ ਵਿੱਚ ਆਪਾਂ ਤੁਹਾਡਾ ਲੈਸਨ ਨੰਬਰ 9 ਅਣਥਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਇੱਥੋਂ ਤੱਕ ਪੜ੍ਹਿਆ ਸੀ ਕਿ ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਮਈ 2012 ਵਿੱਚ ਡਾਕਟਰ ਸਾਹਿਬ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਮਕਸਦ ਨਾਲ ਭਾਰਤ ਦੇ ਨੌਜਵਾਨਾਂ ਲਈ ਵਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ। ਇੱਕ ਮੁਹਿੰਮ ਚਲਾਈ, ਇੱਕ ਲਹਿਰ ਚਲਾਈ। ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਰਹਿਤ ਅਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਸਮਾਜ ਦੇ 3 ਪ੍ਰਮੁੱਖ ਮੈਂਬਰ ਪਿਤਾ, ਮਾਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ। ਆਪਣੀ ਕਿਤਾਬ ਇੰਡੀਆ 2000 ਵਿੱਚ ਡਾਕਟਰ ਕਲਾਮ ਨੇ ਭਾਰਤ ਨੂੰ ਨੌਲੇਜ ਸੁਪਰ ਪਾਵਰ ਬਣਾਉਣ ਵਾਲੀ ਕਾਰਜ ਯੋਜਨਾ ਦੀ ਵਕਾਲਤ ਕੀਤੀ ਸੀ। ਉਹ ਚਾਹੁੰਦੇ ਸਨ ਕਿ ਭਾਰਤ ਨੂੰ ਨੌਲੇਜ ਸੁਪਰ ਪਾਵਰ ਬਣਾਇਆ ਜਾਵੇ। ਇਸ ਤਰ੍ਹਾਂ ਦੀ ਇੱਕ ਯੋਜਨਾ ਸ਼ੁਰੂ ਕੀਤੀ ਜਾਵੇ। ਉਹਨਾਂ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਭਾਰਤ ਦੇ ਭਾਵੀ ਮਹਾਂਸ਼ਕਤੀ ਲਈ ਇੱਕ ਰਾਹ ਕਰਾਰ ਦਿੱਤਾ। ਇਸ ਖਾਤਰ ਉਹਨਾਂ ਨੇ 5 ਖੇਤਰਾਂ ਦੀ ਪਛਾਣ ਕੀਤੀ। ਇਹ ਸਨ ਖੇਤੀਬਾੜੀ ਅਤੇ ਖੁਰਾਕੀ ਵਸਤਾਂ, ਖੇਤੀਬਾੜੀ ਅਤੇ ਖਾਣ ਪੀਣ ਵਾਲੀਆਂ ਵਸਤਾਂ, ਸਿੱਖਿਆ ਅਤੇ ਸਿਹਤ ਹੈਲਥ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਦੇਸ਼ ਦੇ ਹਰ ਹਿੱਸੇ ਲਈ ਭਰੋਸੇਯੋਗ ਅਤੇ ਮਿਆਰੀ ਬਿਜਲੀ ਊਰਜਾ, ਮਿਆਰੀ ਉੱਚ ਪੱਧਰ ਦੀ ਮਤਲਬ ਅੱਛੀ ਕੁਆਲਿਟੀ ਦੀ ਬਿਜਲੀ ਊਰਜਾ ਸ਼ਕਤੀ, ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ, ਬੇਸਿਕ ਸਟਰਕਚਰ ਜਿਹੜਾ ਅਤੇ ਅਹਿਮ ਤਕਨਾਲੋਜੀਆਂ ਵਿੱਚ ਸਵੈ ਨਿਰਭਰਤਾ। ਭਾਵ ਇਹਨਾਂ 5 ਖੇਤਰਾਂ ਵਿੱਚ ਕੀ ਹੈ, ਜੇ ਭਾਰਤ ਅੱਗੇ ਵਧੇਗਾ ਤਾਂ ਇਹਨਾਂ 5 ਖੇਤਰਾਂ ਦੇ ਨਾਲ ਹੀ ਅੱਗੇ ਵੱਧ ਸਕਦਾ ਹੈ। ਡਾਕਟਰ ਕਲਾਮ ਨੇ ਕਿਹਾ ਕਿ ਇਹ ਸਾਰੇ ਖੇਤਰ ਇੱਕ ਦੂਜੇ ਨਾਲ ਸੰਬੰਧਿਤ ਹਨ। ਜੇਕਰ ਇਹ ਸਾਰੇ ਇਕੱਠੇ ਅੱਗੇ ਵਧਣਗੇ ਤਾਂ ਇਸ ਨਾਲ ਦੇਸ਼ ਖੁਰਾਕ, ਆਰਥਿਕਤਾ ਅਤੇ ਰਾਸ਼ਟਰੀ ਸੁਰੱਖਿਆ ਦੇ ਖੇਤਰ ਵਿੱਚ ਅੱਗੇ ਵਧੇਗਾ। ਡਾਕਟਰ ਕਲਾਮ ਦਾ ਮੰਨਣਾ ਸੀ ਕਿ ਸਾਫਟਵੇਅਰ ਦੀ ਵੱਡੀ ਪੱਧਰ ਉੱਪਰ ਵਰਤੋਂ ਨਾਲ ਵੱਧ ਤੋਂ ਵੱਧ ਲੋਕਾਂ ਤੱਕ ਸੂਚਨਾ ਤਕਨਾਲੋਜੀ ਦੇ ਫਾਇਦੇ ਪਹੁੰਚਣਗੇ। ਸਵੈਮਾਨ ਹਾਸਲ ਕਰਨ ਬਾਰੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ। ਅਬਦੁਲ ਕਲਾਮ ਤਿਆਗ ਦੀ ਮੂਰਤੀ ਸਨ। ਉਹਨਾਂ ਨੇ ਵਿਆਹ ਨਾ ਕਰਵਾ ਕੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਉਹ ਸਾਦਗੀ ਪਸੰਦ ਇਨਸਾਨ ਸਨ। ਉਹ ਵੱਡੇ ਤੜਕੇ ਮਤਲਬ ਅਰਲੀ ਮੋਰਨਿੰਗ ਭਾਵ ਰਾਤ ਨੂੰ 2 ਵਜੇ ਸੌਂ ਕੇ ਅਤੇ ਸਵੇਰੇ 6:30-7 ਵਜੇ ਉੱਠਣ ਦੇ ਆਦੀ ਸਨ। ਉਹ ਰਾਤ ਨੂੰ 2 ਵਜੇ ਸੌਂਦੇ ਸਨ ਅਤੇ ਸਵੇਰੇ 6:30-7 ਵਜੇ ਉੱਠ ਜਾਂਦੇ ਸਨ। ਆਦੀ ਮਤਲਬ ਆਦਤ ਸੀ ਉਹਨਾਂ ਦੀ। ਉਹਨਾਂ ਦੀ ਸਾਦਾ ਰਹਿਣੀ ਬਹਿਣੀ ਸੀ। ਜਿਹੜਾ ਰਹਿਣ ਸਹਿਣ ਸੀ ਨਾ ਉਹਨਾਂ ਦਾ ਸਿੰਪਲ ਸੀ। ਉਹਨਾਂ ਨੇ ਕਦੇ ਵੀ TV ਨਹੀਂ ਰੱਖਿਆ। ਮੌਤ ਸਮੇਂ ਉਹਨਾਂ ਦੀਆਂ ਕੁਝ ਮਨਪਸੰਦ ਨਿੱਜੀ ਚੀਜ਼ਾਂ ਵਸਤਾਂ ਪ੍ਰਾਪਤ ਹੋਈਆਂ। ਮਨਪਸੰਦ ਮਤਲਬ ਜਿਹੜੀਆਂ ਉਹਨਾਂ ਨੂੰ ਪਸੰਦ ਸਨ, ਮਨ ਨੂੰ ਪਸੰਦ ਸਨ, ਉਹਨਾਂ ਦੇ ਨਿੱਜੀ ਪਰਸਨਲ ਚੀਜ਼ਾਂ ਵਸਤਾਂ ਪ੍ਰਾਪਤ ਹੋਈਆਂ। ਉਹਨਾਂ ਵਿੱਚ ਸ਼ਾਮਲ ਸਨ ਕੁਝ ਕਿਤਾਬਾਂ, ਕੱਪੜੇ ਲੱਤੇ, ਵੀਣਾ, CD ਪਲੇਅਰ ਅਤੇ ਲੈਪਟਾਪ। ਸੰਨ 2011 ਵਿੱਚ ਬਣੀ ਫਿਲਮ I Am ਕਲਾਮ ਵਿੱਚ ਉਹਨਾਂ ਨੂੰ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ। ਮਸੀਹਾ ਮਤਲਬ ਦੇਵਤਾ। ਛੋਟੂ ਨਾਂ ਦੇ ਇੱਕ ਰਾਜਸਥਾਨੀ ਬੱਚੇ ਨੇ ਆਪਣੇ ਇਸ਼ਟ ਦੇ ਸਨਮਾਨ ਵਿੱਚ ਆਪਣਾ ਨਾਂ ਕਲਾਮ ਰੱਖਿਆ। ਧਰਮ ਨਿਰਪੱਖਤਾ ਸਾਰੀ ਉਮਰ ਡਾਕਟਰ ਕਲਾਮ ਲਈ ਬਹੁਤ ਮਹੱਤਵਪੂਰਨ ਮੁੱਦਾ ਰਹੀ। ਡਾਕਟਰ ਕਲਾਮ ਲਈ ਇਹ ਪੁਆਇੰਟ ਸਾਰੀ ਉਮਰ ਮਹੱਤਵਪੂਰਨ ਰਿਹਾ ਕਿ ਧਰਮ ਨਿਰਪੇਖ ਹੋਣਾ ਚਾਹੀਦਾ ਹੈ। ਧਰਮ ਦੇ ਆਧਾਰ 'ਤੇ ਪੱਖਪਾਤ ਨਹੀਂ ਹੋਣੀ ਚਾਹੀਦੀ, ਨਿਰਪੱਖਤਾ ਹੋਣੀ ਚਾਹੀਦੀ ਹੈ। ਸਾਰੇ ਧਰਮ ਬਰਾਬਰ ਹੈ। ਸਭ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਦੀ ਇਹ ਭਾਵਨਾ ਉਹਨਾਂ ਵੱਲੋਂ ਪ੍ਰਮੁੱਖ ਸਵਾਮੀ ਜੀ ਨਾਲ ਅਧਿਆਤਮਕ ਅਨੁਭਵ ਬਾਰੇ ਲਿਖੀ ਇੱਕ ਕਿਤਾਬ ਵਿੱਚੋਂ ਪ੍ਰਗਟ ਹੁੰਦੀ ਹੈ।
ਰੋਜ਼ਾਨਾ ਨਮਾਜ਼ ਅਤੇ ਰਮਜ਼ਾਨ ਦੇ ਰੋਜ਼ੇ ਡਾਕਟਰ ਕਲਾਮ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਸ਼ਾਮਲ ਸਨ। ਉਹਨਾਂ ਦੇ ਪਿਤਾ ਨੇ ਆਪਣੇ ਬੱਚਿਆਂ ਵਿੱਚ ਧਾਰਮਿਕ ਸੰਸਕਾਰ ਕੁੱਟ-ਕੁੱਟ ਕੇ ਭਰੇ ਹੋਏ ਸਨ। ਉਹ ਨੌਜਵਾਨ ਕਲਾਮ ਦੇ ਅੰਤਰ ਧਰਮ ਵਿਸ਼ਵਾਸ ਅਤੇ ਪ੍ਰਵਚਨ ਵਾਲੇ ਗੁਣ ਤੋਂ ਬਹੁਤ ਪ੍ਰਭਾਵਿਤ ਸਨ। ਦੇਸ਼ ਦੇ ਧਾਰਮਿਕ, ਸਮਾਜਿਕ ਅਤੇ ਸਿਆਸੀ ਨੇਤਾਵਾਂ ਵਿਚਕਾਰ ਗੱਲਬਾਤ ਅਤੇ ਪ੍ਰਵਚਨ ਦੀ ਗੁੜਤੀ ਉਹਨਾਂ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਈ। ਉਹਨਾਂ ਦਾ ਮੰਨਣਾ ਸੀ ਕਿ ਮਹਾਨ ਲੋਕਾਂ ਲਈ ਧਰਮ ਦੋਸਤ ਬਣਾਉਣ ਦਾ ਇੱਕ ਮਾਧਿਅਮ ਹੈ, ਸਾਧਨ। ਜਿਹੜੇ ਮਹਾਨ ਲੋਕ ਹੈ ਨਾ, ਉਹਨਾਂ ਦੀ ਫਰੈਂਡਸ਼ਿਪ ਕਿਉਂ ਹੁੰਦੀ ਹੈ? ਧਰਮ ਦੇ ਆਧਾਰ 'ਤੇ। ਮਤਲਬ ਉਹ ਧਰਮ ਦੇ ਆਧਾਰ 'ਤੇ ਇੱਕ ਦੂਜੇ ਦੇ ਦੋਸਤ ਬਣਦੇ ਹਨ, ਜਦ ਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਸਾਧਨ ਹੈ। ਔਰ ਜਿਨ੍ਹਾਂ ਦੀ ਸੋਚ ਹਜੇ ਛੋਟੀ ਹੈ, ਡਿਵੈਲਪ ਨਹੀਂ ਹੋਈ, ਉਹ ਮਤਲਬ ਸਮਝਦਾਰ ਨਹੀਂ ਹੈ ਜਿਹੜੇ ਲੋਕ, ਉਹ ਧਰਮ ਦੇ ਨਾਂ 'ਤੇ ਲੜਦੇ ਹਨ। ਲੜਨ ਦਾ ਇੱਕ ਸਾਧਨ ਹੈ। ਉਹਨਾਂ ਨੇ ਇਹ ਗੱਲ ਜ਼ੋਰ ਨਾਲ ਉਠਾਈ ਕਿ ਕਿਸੇ ਵੀ ਧਰਮ ਵਿੱਚ ਆਪਣੇ ਧਰਮ ਨੂੰ ਬਰਕਰਾਰ ਰੱਖਣ ਜਾਂ ਉਸਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਦੱਸਿਆ ਗਿਆ। ਉਹ ਕਹਿੰਦੇ ਸਨ ਕਿ ਕਿਸੇ ਵੀ ਧਰਮ ਦੇ ਨਿਯਮ ਵਿੱਚ ਨਹੀਂ ਹੈ ਇਹ ਕਿ ਆਪਦੇ ਧਰਮ ਨੂੰ ਤਾਂ ਹੀ ਅੱਗੇ ਵਧਾਇਆ ਜਾ ਸਕਦਾ ਹੈ ਕਿ ਜੇ ਦੂਜਿਆਂ ਨੂੰ ਮਾਰਿਆ ਜਾਵੇ। ਉਹ ਕਹਿੰਦੇ ਇਹ ਗੱਲ ਕਿਸੇ ਵੀ ਧਰਮ ਵਿੱਚ ਨਹੀਂ ਲਿਖੀ ਹੋਈ। ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਥਾ ਦੇ ਨਾਲ ਨਾਲ ਕਲਾਮ ਹਿੰਦੂ ਰਿਵਾਇਤਾਂ ਤੋਂ ਵੀ ਵਾਕਫ ਸਨ। ਜਾਣਕਾਰ ਰਿਵਾਇਤਾਂ ਜਿਹੜੀ ਰੀਤੀ ਰਿਵਾਜ ਹੈ। ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖ ਕੇ ਭਗਵਤ ਗੀਤਾ ਪੜ੍ਹੀ। ਇਹ ਤਾਂ ਕਲੀਅਰ ਹੀ ਹੈ ਕਿ ਉਹ ਹਿੰਦੂ ਧਰਮ ਦਾ ਵੀ ਸਨਮਾਨ ਕਰਦੇ ਸਨ ਜੇ ਮੁਸਲਿਮ ਧਰਮ ਦਾ ਸਨਮਾਨ ਕਰਦੇ ਸਨ। ਉਹਨਾਂ ਨੇ ਸੰਸਕ੍ਰਿਤ ਸਿੱਖੀ ਗੀਤਾ ਪੜ੍ਹਨ ਲਈ। ਉਹ ਸ਼ਾਕਾਹਾਰੀ ਸਨ। ਉਹਨਾਂ ਨੇ ਸਵਾਮੀ ਨਾਰਾਇਣ ਸੰਪਰਦਾ ਦੇ ਗੁਰੂ ਪ੍ਰਮੁੱਖ ਸਵਾਮੀ ਨੂੰ ਆਪਣਾ ਆਖਰੀ ਧਾਰਮਿਕ ਗੁਰੂ ਮੰਨਿਆ। ਰਾਸ਼ਟਰਪਤੀ ਬਣਨ ਉਪਰੰਤ ਪਾਰਲੀਮੈਂਟ ਵਿੱਚ ਦਿੱਤੇ ਆਪਣੇ ਮੁੱਢਲੇ ਭਾਸ਼ਣਾਂ ਵਿੱਚ ਡਾਕਟਰ ਕਲਾਮ ਨੇ ਕਿਹਾ ਸੀ ਕਿ ਉਹ ਵਧੇਰੇ ਇਕਮੁੱਠ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਹਨ ਕਿ ਸਾਰਾ ਭਾਰਤ ਇਕਮੁੱਠ ਰਹੇ, ਇਕੱਠਾ ਹੋ ਕੇ ਰਹੇ। ਵਿਕਾਸ ਬਾਰੇ ਡਾਕਟਰ ਕਲਾਮ ਦੀ ਸੋਚ ਬਹੁਤ ਸਪਸ਼ਟ ਸੀ। ਦਹਿਸ਼ਤਵਾਦ, ਅੰਦਰੂਨੀ ਵਿਵਾਦ ਅਤੇ ਬੇਰੁਜ਼ਗਾਰੀ ਨੂੰ ਉਹ ਮੁੱਖ ਚੁਣੌਤੀਆਂ ਮੰਨਦੇ ਸਨ। ਉਹਨਾਂ ਨੇ ਗਰੀਬਾਂ ਨੂੰ ਸਿਹਤਮੰਦ ਬਣਾਉਣ ਅਤੇ ਪੜ੍ਹਾਉਣ ਦੀ ਵਕਾਲਤ ਕੀਤੀ। ਉਹ ਚਾਹੁੰਦੇ ਸਨ ਕਿ ਸਾਰੇ ਗਰੀਬ ਜਿਹੜੇ ਸਵਸਥ ਰਹਿਣ ਅਤੇ ਪੜ੍ਹਨ, ਤਾਂ ਹੀ ਉਹ ਉੱਪਰ ਉੱਠ ਸਕਦੇ ਹੈ, ਉਹਨਾਂ ਦੀ ਗਰੀਬੀ ਦੂਰ ਹੋ ਸਕਦੀ ਹੈ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ, ਉਤਪਾਦਨ ਅਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਵਿੱਚ ਸਹਾਈ ਹੋ ਸਕਦੇ ਹਨ। ਵੀ ਦੇਸ਼ ਤਾਂ ਹੀ ਅੱਗੇ ਜਾ ਸਕਦਾ ਹੈ ਜੇ ਬਿਮਾਰੀਆਂ ਨਾ ਹੋਣ ਅਤੇ ਪ੍ਰੋਡਕਸ਼ਨ ਸਹੀ ਹੋਵੇ ਅਤੇ ਦੇਸ਼ ਸੁਰੱਖਿਅਤ ਹੋਵੇ। ਉਸਾਰੂ ਅਰਥ ਵਿਵਸਥਾ ਅਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਵਿੱਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਉਸਾਰੂ ਅਰਥ ਵਿਵਸਥਾ ਮਤਲਬ ਜੇ ਆਪਣੀ ਅਰਥ ਵਿਵਸਥਾ ਅੱਗੇ ਵਧਣ ਵਾਲੀ ਹੋਵੇ, ਉਸਰਨ ਵਾਲੀ ਹੋਵੇ, ਅੱਗੇ ਵਧਣ ਵਾਲੀ ਹੋਵੇ ਅਤੇ ਪ੍ਰਬੰਧਕੀ ਸਮਰੱਥਾ ਨਾਲ ਮੈਨੇਜਮੈਂਟ ਸਹੀ ਹੋਵੇ ਤਾਂ ਦੁਨੀਆ ਵਿੱਚ ਆਪਣਾ ਕੋਈ ਸਥਾਨ ਬਣਾਇਆ ਜਾ ਸਕਦਾ ਹੈ, ਆਪਣਾ ਇੱਕ ਅਹੁਦਾ ਬਣਾਇਆ ਜਾ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾਂ ਸਮੇਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਮਤਲਬ ਲੇਡੀਜ਼ ਨੂੰ ਵੀ ਆਪਣੇ ਹੱਕਾਂ ਦਾ ਪਤਾ ਹੋਣਾ ਚਾਹੀਦਾ ਹੈ। ਡਾਕਟਰ ਕਲਾਮ ਨੇ ਸਰਬ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ। ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ। ਉਹ ਕਿਹਾ ਕਰਦੇ ਸਨ, ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ, ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਮਤਲਬ ਉਹਨਾਂ ਦੀ ਸੋਚ ਕਿੰਨੀ ਮਹਾਨ ਸੀ। ਮਤਲਬ ਸਧਾਰਨ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਕਿ ਸੁਪਨੇ ਉਹ ਨਹੀਂ ਹੁੰਦੇ ਜਿਹੜੇ ਆਪਾਂ ਨੀਂਦ ਵਿੱਚ ਵੇਖਦੇ ਹਾਂ। ਤੁਹਾਡੇ ਸੁਪਨੇ ਇਹੋ ਜਿਹੇ ਹੋਣੇ ਚਾਹੀਦੇ ਹੈ ਕਿ ਤੁਹਾਨੂੰ ਸੌਣ ਨਾ ਦੇਣ, ਤੁਸੀਂ ਉਹਦੇ ਲਈ ਸਖਤ ਮਿਹਨਤ ਕਰੋ।
ਜੁਲਾ 27 ਜੁਲਾਈ 2015 ਨੂੰ ਡਾਕਟਰ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਉਹ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਵਿੱਚ ਭਾਸ਼ਣ ਦੇ ਰਹੇ ਸਨ ਕਿ ਉਹਨਾਂ ਦਾ ਦਿਲ ਦੇ ਦੌਰੇ ਨਾਲ ਦੇਹਾਂਤ ਹੋ ਗਿਆ। 30 ਜੁਲਾਈ 2015 ਨੂੰ ਉਹਨਾਂ ਦੇ ਆਪਣੇ ਸੂਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਤਾਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਦੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਡਾਕਟਰ APJ ਅਬਦੁਲ ਕਲਾਮ ਅਵਾਰਡ ਨਾਂ ਦਾ ਇੱਕ ਇਨਾਮ ਵੀ ਸ਼ੁਰੂ ਕੀਤਾ। ਉਹਨਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਮਤਲਬ ਇਹ ਅਨਾਊਂਸ ਕਰ ਦਿੱਤਾ ਗਿਆ ਕਿ ਉਹਨਾਂ ਦਾ ਜਨਮ ਦਿਨ 15 ਅਕਤੂਬਰ ਨੂੰ ਹੁੰਦਾ ਹੈ। ਉਹ ਨੌਜਵਾਨ ਪੁਨਰ ਜਾਗਰਣ ਦਿਵਸ ਦੇ ਰੂਪ ਵਿੱਚ ਮਨਾਇਆ ਜਾਇਆ ਕਰੇਗਾ। ਡਾਕਟਰ ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਸਰਕਾਰੀ ਰੱਖਿਆ ਤਕਨਾਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਵਉੱਚ ਸਿਵਲ ਇਨਾਮਾਂ ਪਦਮ ਭੂਸ਼ਣ ਸੰਨ 1981, ਪਦਮ ਵਿਭੂਸ਼ਣ ਸੰਨ 1990 ਤੇ ਭਾਰਤ ਰਤਨ 1997 ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਸਵੈ ਜੀਵਨੀ ਵਿੰਗਸ ਆਫ ਫਾਇਰ ਸਮੇਤ ਕਈ ਪੁਸਤਕਾਂ ਦੀ ਰਚਨਾ ਕੀਤੀ। ਕਿਹਾ ਜਾਂਦਾ ਹੈ ਕਿ ਦੱਖਣੀ ਕੋਰੀਆ ਵਿੱਚ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜ੍ਹਨ ਦੀ ਵੱਡੀ ਮੰਗ ਰਹੀ ਹੈ। ਬਹੁਤ ਡਿਮਾਂਡ ਹੈ ਦੱਖਣੀ ਕੋਰੀਆ ਵਿੱਚ ਜਿਹੜੀਆਂ ਉਹਨਾਂ ਨੇ ਬੁੱਕਸ ਲਿਖੀਆਂ। ਕਲਾਮ ਦੇ ਨਾਮ ਉੱਪਰ ਦੇਸ਼ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਨਿਰਸੰਦੇਹ ਉਹ ਹਰ ਦੇਸ਼ ਵਾਸੀ ਦੇ ਪ੍ਰੇਰਨਾ ਸਰੋਤ ਹਨ। ਮਤਲਬ ਹਰ ਦੇਸ਼ ਵਾਸੀ ਉਹਨਾਂ ਤੋਂ ਪ੍ਰਭਾਵਿਤ ਹੈ, ਪ੍ਰੇਰਨਾ ਲੈਂਦਾ ਹੈ ਉਹਨਾਂ ਦੇ ਵਿਚਾਰਾਂ ਤੋਂ। ਬੇਟਾ ਲੈਸਨ ਧਿਆਨ ਨਾਲ ਰੀਡ ਕਰਨਾ, ਇਹਦੇ 'ਚੋਂ ਇੱਕ ਇੱਕ ਵਾਕ ਵਾਲੇ 10 ਕੁਐਸਚਨ ਕਰ ਲੈਣਾ ਔਰ ਪਾਠ ਤੋਂ ਅੱਗੇ ਵਾਲੇ ਪ੍ਰਸ਼ਨ ਵੀ ਬੇਟਾ ਫੇਅਰ ਨੋਟਬੁੱਕ 'ਤੇ ਲਿਖਿਆ ਕਰੋ। ਧੰਨਵਾਦ।